नहमदहु व नसल्ली अला रसूलिहिल करीम अम्मा बाद फ़ाऊज़ बिल्लाहि मिनश शैतानिर रजीम बिस्मिल्लाहिर रहमानिर रहीम। मेरे ज़ाती वतन से, मेरे ज़ाती देश से ना मेरे पास एक मेरे दोस्त आए हैं, तकरीबन 4 साल बाद मुझे मिलने आए हैं। मैं तो इनको जानता तक भी नहीं, उस वक्त पेशेंट की सूरत में आए थे। तो आज इनसे तारफ़ करते हैं कहाँ से तशरीफ़ लाए, ताकि मेरे दोस्तों को पता चल जाए मेरा वतन कौन सा है, मेरा देश कौन सा है। जनाब अस्सलाम वालेकुम रहमतुल्लाह। वालेकुम अस्सलाम सर, की हाल है, कैसी तबीयत? थोड़े सामने कैसी लग रही? अल्हम्दुलिल्लाह माशाल्लाह बहुत अच्छी है। उदो भी हमें 4 साल पहले भी इसी तरह थी, आज भी उसी तरह। अल्हम्दुलिल्लाह। तबीयत कैसी है? अल्हम्दुलिल्लाह। नाम की ਤੁਹਾਡਾ? अब्दुल रऊफ। ਭਾਈ ਅਬਦੁਲ ਰਊਫ 4 ਸਾਲ ਪਹਿਲੇ ਤੁਸੀਂ ਮੇਰੇ ਕੋਲ ਆਏ। ਸਭ ਤੋਂ ਪਹਿਲੇ ਤਾਂ ਇਹ ਗੱਲ ਕਰਦੇ ਹਾਂ ਕਿ 4 ਸਾਲ ਤੱਕ ਚੇਤਾ ਰੱਖਿਆ ਮੈਨੂੰ, ਤੁਸੀਂ ਮੇਰੇ ਕੋਲ ਬੜੇ ਪੇਸ਼ੈਂਟ ਭੇਜੇ। सर माशाल्लाह मैं तकरीबन 50 ਤੋਂ ਜ਼ਿਆਦਾ ਪੇਸ਼ੈਂਟ ਭੇਜ ਚੁੱਕਿਆ। ਮੈਨੂੰ ਜਿਹੜਾ ਆਉਂਦਾ ਸੀ ਨਾ ਬੂਰਿਓਂ, ਹਾਂਜੀ ਉਹ ਕਹਿੰਦਾ ਸੀ ਕਿ ਮੈਨੂੰ ਅਬਦੁਲ ਰਊਫ ਨੇ ਭੇਜਿਆ ਹੈ। ਜੀ ਬਿल्कुल ਸਕੂਲ ਚ ਹੁੰਦੇ ਨੇ। ਜੀ ਮੈਂ ਆਣਾ ਵੀ ਯਾਰ ਕੋਈ ਹੋਏਗਾ ਜੀ, ਤੁਹਾਡਾ ਪੇਸ਼ੈਂਟ ਹੈ ਜੀ। ਅੱਜ ਚਲੋ ਅਬਦੁਲ ਰਊਫ ਦਾ ਪਤਾ। ਅਬਦੁਲ ਰਊਫ ਜਦੋਂ ਮੇਰੇ ਕੋਲ ਤੁਸੀਂ ਆਏ ਸੀ, ਜੀ ਉਹ ਕਾਲਾ ਸ਼ਾਹ ਕਾਕੂ ਆਏ ਸੀ ਮੇਰੇ ਕੋਲ। ਜੀ बिल्कुल ਯਾਦ ਜੇ? ਜੀ ਯਾਦ। ਉਦੋਂ ਲੋਕਡਾਊਨ ਸੀ ਲਾਹੌਰ ਦੇ ਵਿੱਚ। ਇਹ 4 ਸਾਲ ਪਹਿਲੇ ਦੀ ਬਾਤ ਹੈ। ਲਾਹੌਰ ਚ ਲੋਕਡਾਊਨ ਸੀ ਤੇ ਮੈਂ ਇਸ ਲਈ ਜ਼ਰਾ ਜੀ। ਆਊਟਸਾਈਡ ਤੇ ਮੈਂ ਕਲੀਨਿਕ ਲੈ ਕੇ ਚਲਾ ਗਿਆ ਜੀ ਜੀ ਤੇ ਉਦੋਂ ਤੁਸੀਂ ਇੱਕ ਦਫਾ ਆਏ, ਤੁਸੀਂ ਬੜੀ ਭੈੜੀ ਕੰਡੀਸ਼ਨ ਦੇ ਵਿੱਚ ਸੀ, ਮੈਨੂੰ ਯਾਦ ਹੈ। ਜੀ बिल्कुल ਓਕੇ ਹੋ ਕੇ ਚਲੇ ਗਏ। ਦੁਬਾਰਾ ਤਾਂ ਨਹੀਂ ਕੋਈ ਮਾਮਲਾ ਆਇਆ? नहीं सर, मैं 3-4 ਮਹੀਨੇ ਬਹਾਵਲਪੁਰ ਤੱਕ ਆਪਣਾ ਇਲਾਜ ਕਰਵਾਇਆ। ਬੂਰੇ ਵਾਲਾ ਚ ਵੀ ਕੋਈ ਨਹੀਂ ਛੱਡਿਆ। ਜਿਹੜਾ ਐਸਾ ਡਾਕਟਰ ਤੁਸੀਂ ਕਹੋ ਵੀ ਹੱਡੀ ਦਾ ਜਾਂ ਕੋਈ ਐਸਾ ਜੋੜ, ਉਦੋਂ ਤੋਂ L4 L5 S1 ਦਾ ਮਸਲਾ ਸੀ, ਇਹ ਸਟੈਟਿਕਾ ਦਾ ਮਸਲਾ ਸੀ। ਇਹ ਦਰਦ ਸੀਗਾ ਸਰ, ਦਰਦ ਜਾਂਦੀ ਨਹੀਂ ਜੋ ਉਹ ਇਹਦੇ ਤੇ ਬਾਜ਼ੂ ਦੇ ਇਹ ਦਰਦ ਸੀਗਾ। ਇੱਕ ਸਾਈਡ ਜਿਹੜੀ ਨਾ ਤੁਹਾਡੀ ਪੂਰੀ ਜਿਹੜੀ ਹੈ, ਬਿਲਕੁਲ ਅਸੀਂ ਉਹਨੂੰ ਕਹਿੰਦੇ ਆ, ਆਮ ਸਾਡੀ ਤਿੱਬ ਦੀ ਲੋਕਾਂ ਚ ਕਹਿੰਦੇ ਆ ਅੱਧ ਰੰਗ। ਅੱਛਾ ਦਰਦ ਯਾਨੀ ਅੱਧਾ ਜਿਹੜਾ ਤੁਹਾਡਾ ਬੋਡੀ ਦਾ ਟੈਂਪਰੇਚਰ ਹੋਰ ਹੋਵੇ, ਅੱਧਾ ਹਿੱਸਾ ਹੋਰ ਹੋਵੇ। ਇਧਰ ਪਸੀਨਾ ਆ ਰਿਹਾ ਹੋਵੇ, ਇਧਰ ਨਾ ਆ ਰਿਹਾ। ਖੈਰ ਉਸ ਤੋਂ ਬਾਅਦ ਕੋਈ ਤਕਲੀਫ ਆਈ? ਤੇ ਉਹ 5 ਮਿੰਟ ਦਾ ਤੁਹਾਡਾ ਇਲਾਜ ਸੀਗਾ ਤੇ 5 ਮਿੰਟ ਤੋਂ ਬਾਅਦ ਤੁਸੀਂ ਬੜੇ ਖੁਸ਼ ਖੁਰਮ ਹੋ ਕੇ ਮੈਨੂੰ ਮਿਲੇ ਤੇ ਤੁਸੀਂ ਕਹੇ ਵੀ ਜਾਓ ਅੱਲਾਹ ਪਾਕ ਖੈਰ ਕਰੇਗਾ। ਤੇ ਉਸ ਤੋਂ ਬਾਅਦ ਅੱਜ ਤੱਕ ਮੈਂ ਠੀਕ ਹਾਂ। ਇੱਕ ਹੋਰ ਚੀਜ਼ ਦੱਸਣੀ, ਉਦੋਂ ਫੀਸ ਕਿੰਨੀ ਦਿੱਤੀ ਸੀ? 2000। ਅੱਜ ਕਿੰਨੀ? 2000। ਯਾਰ ਗੱਲ ਇਹ ਆ ਵੀ ਉਦੋਂ ਸੀ 2020। ਹਾਂਜੀ ਕਹਿ ਲਓ 2019 ਸੀ। 19 ਸੀ ਜੀ ਬਿਲਕੁਲ। 19 ਚ ਵੀ ਅਬੂ ਅਬਦੁੱਲਾ ਦੀ ਫੀਸ 2000 ਸੀ। ਹਾਂਜੀ ਤੇ ਅੱਜ ਵੀ 2000। ਇਹ ਕੀ ਮਤਲਬ? ਮੈਨੂੰ ਮਹਿੰਗਾਈ ਕੁਝ ਨਹੀਂ ਕਹਿੰਦੀ, ਲੇਕਿਨ ਲੋਕਾਂ ਦਾ ਅਹਿਸਾਸ ਹੈ ਤੁਹਾਨੂੰ ਐਵੇਂ ਆ ਕਿ ਮਹਿੰਗਾਈ ਨਹੀਂ, ਮੇਰਾ ਰੱਬ ਰਾਜ਼ਕ ਹੈ। ਤੇ ਜਦੋਂ ਤਕਵਾ ਇਖਤਿਆਰ ਇਨਸਾਨ ਕਰ ਲੇ, ਮੈਂ ਆਪਣੀ ਤਾਰੀਫ ਨਹੀਂ ਕਰ ਰਿਹਾ, ਲੇਕਿਨ ਇਹ ਦੋਸਤ ਇਸ ਚੀਜ਼ ਦੇ ਗਵਾਹ ਨੇ। ਜੀ ਬਿਲਕੁਲ। ਜਦੋਂ ਕੋਈ ਬੰਦਾ ਅੱਲਾਹ ਤੇ ਤਕਵਾ ਇਖਤਿਆਰ ਕਰ ਲਵੇ ਨਾ, ਤੇ ਫਿਰ ਰਿਜ਼ਕ ਰੁਜ਼ਕ ਵਾਲਾ ਮਾਮਲਾ ਜਿਹੜਾ ਨਾ, ਫਿਰ ਉਹ ਅੱਲਾਹ ਪਾਕ ਕੋਲ। ਬਿਲਕੁਲ। ਜਿਹੜੇ ਤੁਹਾਡੇ ਦੋਸਤ ਹੈ ਬਾਪ ਗਏ ਠੀਕ ਰਾਜ਼ੀ ਹੈ? ਬਹੁਤ ਅੱਛੇ। ਇਸ ਤਰ੍ਹਾਂ ਦਾ ਦੋਸਤ ਸਰ ਇੱਕ ਕਥਾ ਕਲਾਮੀ ਮਾਫ ਵੀ ਉਹਨੂੰ ਅਸੀਂ ਗੱਡੀ 'ਚ ਪਾ ਕੇ ਲੈ ਕੇ ਆਏ ਆ ਤੇ ਪੈਦਲ ਚੱਲ ਕੇ। ਤੁਹਾਡੇ ਇੱਕ ਅਫਸਰ ਦਾ ਭਤੀਜਾ ਸੀ? ਬਿਲਕੁਲ, ਸਾਡੇ ਅਫਸਰ ਹੈ ਸੀ ਅਰਫਾਤ ਸਾਹਿਬ, ਤੇ ਉਹਨਾਂ ਦਾ ਭਤੀਜਾ ਸੀ, ਉਹਨਾਂ ਦਾ ਯਾਨੀ ਦਮਾਦ ਵੀ ਹੈ। ਹਾਂਜੀ। ਤੇ ਉਹ ਸਵੇਰ ਰਾਤ ਉਹਨਾਂ ਨੇ ਟੈਲੀਫੋਨ ਕੀਤਾ ਵੀ ਉਹਦੀ ਤਬੀਅਤ ਯਾਰ ਖਰਾਬ ਹੋ ਗਈ। ਮੈਂ ਕਿਹਾ ਸਰ ਉੱਥੇ ਹੀ ਲੈ ਕੇ ਜਾਣਾ। ਕਹਿੰਦੇ ਠੀਕ ਹੈ ਯਾਰ, ਜਿੱਥੋਂ ਤੂੰ ਸਹੀ ਹੋਇਆ, ਕਿਉਂਕਿ ਮੇਰੀ ਤਬੀਅਤ ਖਰਾਬ ਸੀ, ਉਹਨਾਂ ਦੀ ਵੀ ਖਰਾਬ ਸੀ। ਉਦੋਂ ਉਹਨਾਂ ਨੇ ਆਪਰੇਟ ਕਰਵਾ ਲਿਆ ਤੇ ਮੈਂ ਤੁਹਾਡੇ ਕੋਲੇ ਆ ਗਿਆ ਜੀ। ਮੈਂ ਉਹ ਤੁਸੀਂ ਬਾਅਦ ਤੇ ਮੈਨੂੰ ਦੱਸਿਆ ਵੀ ਸੀ ਵੀ ਉਹਨਾਂ ਨੇ ਸਰਜਰੀ ਕਰਵਾ ਲਈ ਤੇ ਮੈਂ ਤੁਹਾਡੇ ਕੋਲ ਲਾਹੌਰੋਂ ਹੀ ਕਰਵਾ ਕੇ ਗਿਆ ਸੀ। ਤੇ ਉਹਨਾਂ ਨੇ ਕਿਹਾ ਹੁਣ ਯਾਰ ਉੱਥੇ ਹੀ ਆਪਾਂ ਇਹਨੂੰ ਲੈ ਕੇ ਚੱਲਣਾ। ਸਵੇਰੇ ਇਸ ਵਕਤ 5-6 ਵਜੇ ਸੀ, ਕਿਉਂਕਿ ਸਾਡਾ ਸਫ਼ਰ 4-5 ਘੰਟੇ ਦਾ। ਜੀ ਬਿਲਕੁਲ ਐਵੇਂ ਹੀ। ਤੇ ਅਸੀਂ ਗੱਡੀ 'ਚ ਪਾ ਕੇ ਲੈ ਕੇ ਆਏ ਅਲਹਮਦੁਲਿਲਾ। 10 ਮਿੰਟ ਤੋਂ ਬਾਅਦ ਉਹ ਸਾਡੇ ਨਾਲ ਚੱਲ ਕੇ ਗਏ। ਰਸਤੇ 'ਚ ਖਾਣਾ ਛਾਣਾ ਇਹ ਉਹ ਹਰ ਸ਼ੈ, ਨਹੀਂ ਤਾਂ ਸਾਰੇ ਰਾਹ ਉਹ ਰੋਂਦੇ ਹੀ ਆਏ। ਹਾਏ ਹਾਏ ਹਾਏ। ਅਸਲ ਨਾ ਸ਼ਾਫੀ ਮੁਤਲਕ ਤੇ ਅੱਲਾ ਹੈ, ਲੇਕਿਨ ਜਿਹੜਾ ਸਾਡਾ ਤਰੀਕਾ ਹੈ ਇਲਾਜ ਹੈ, ਮੈਂ ਕੋਸ਼ਿਸ਼ ਕਰਨਾ ਕਿ ਜਲਦੀ ਜਲਦੀ ਬੰਦਾ ਰਿਕਵਰ ਹੋਵੇ। ਕਿਉਂ ਉਹਨੂੰ 6 ਮਹੀਨੇ 7 ਮਹੀਨੇ ਦਵਾਈਆਂ ਦਿਓ, ਇਹ ਕਰੋ ਉਹ ਕਰੋ? ਨਹੀਂ, ਮੇਰੀ ਕੋਸ਼ਿਸ਼ ਹੁੰਦੀ ਜਿਹੜਾ ਬੰਦਾ ਆਇਆ ਉਹ ਠੀਕ ਹੋ ਕੇ ਜਾਵੇ, ਉਹ ਦੂਸਰਿਆਂ ਨੂੰ ਪੁੱਛਣ ਹਾਂ ਵੀ ਕਿੱਥੋਂ ਬਚ ਕੇ ਆਇਆ। ਹਾਂ ਬਿਲਕੁਲ ਸਮਝ ਆ ਗਈ ਜੀ। ਸਰ ਮੈਂ ਖੁਦ ਦਵਾਈਆਂ ਤੋਂ ਅੱਕ ਗਿਆ ਸੀਗਾ, ਇੰਜੈਕਸ਼ਨ ਮੇਰੀ ਕਮਰ 'ਚ ਲੱਗਦੇ ਰਹਿਣ ਤੇ ਐਸੇ ਡਾਕਟਰ ਇਸ ਜਗ੍ਹਾ ਤੇ ਇੰਜ ਗੱਲ ਕਰਦੇ ਆ। ਆਖਰ ਤੇ ਜਿਹੜੇ ਮੇਰੇ ਉਧਰ ਨੂੰ ਮੂੰਹ ਕਰੋ, ਹੁਣ ਤੁਸੀਂ ਮੇਰਾ ਤਾਂ ਬੜਾ ਮੂੰਹ ਵੇਖ ਲਿਆ ਜੀ। ਅੱਛਾ ਆਖਰ ਤੇ ਦੱਸੋ ਕਿ ਜਿਹੜੇ ਦੋਸਤ ਹੈ ਬਾਪ ਸਾਨੂੰ ਵੇਖ ਰਹੇ ਨੇ, ਜਿਹੜੇ ਮੇਰੇ ਵੀਵਰ ਨੇ, ਮੇਰੇ ਫਾਲੋਅਰ ਨੇ, ਤੁਹਾਡੇ ਦੇ ਦੋਸਤ ਹੈ ਬਾਪ ਨੇ, ਉਹਨਾਂ ਨੂੰ ਕੀ ਪੈਗਾਮ ਕੀ ਦਿਓਗੇ ਵੀ ਇਹ ਅਸੀਂ ਜਿਹੜਾ ਸਿਸਟਮ ਕਰ ਰਹੇ ਹਾਂ, ਇਹ ਨੇਕੀ ਵੀ ਅਸੀਂ ਕਰ ਰਹੇ ਹਾਂ, ਭਲਾਈ ਵੀ ਅਸੀਂ ਕਰ ਰਹੇ ਹਾਂ, ਮਾੜਾ ਹੋਵੇ ਤਾਂ ਤੁਹਾਨੂੰ ਪਤਾ ਹੈ ਅਸੀਂ ਤਾਵਨ ਵੀ ਕਰਦੇ ਹਾਂ। ਤਾਵਨ ਵੀ ਕਰ ਰਹੇ ਹੋ, ਨੇਕੀ ਵੀ ਕਰ ਰਹੇ ਹੋ, ਕੰਮ ਵੀ ਕਰ ਰਹੇ ਹੋ, ਨਫੀਸ ਵੀ ਕਰ ਰਹੇ ਹੋ। ਪੈਗਾਮ ਇਹੀ ਹੈ ਕਿ ਬਹੁਤ ਹੀ ਅੱਛੇ ਇਨਸਾਨ ਨੇ ਜਿਨ੍ਹਾਂ ਨੂੰ ਮੈਂ 4 ਸਾਲ ਪਹਿਲੇ ਮਿਲ ਕੇ ਗਿਆ ਤੇ 4 ਸਾਲ ਤੋਂ ਬਾਅਦ ਵੀ ਉਹਨਾਂ ਦੀ ਉਹੀ ਕੰਡੀਸ਼ਨ ਹੈ, ਉਹੀ ਗੱਲਾਂ ਬਾਤਾਂ ਨੇ ਤੇ ਉਹੀ ਫੀਸ ਹੈ, ਉਹੀ ਨਿਜ਼ਾਮ ਹੈ। ਬਹੁਤ ਹੀ ਨਾਈਸ ਆਦਮੀ ਨੇ। ਮੈਂ ਇਹੀ ਕਹਾਂਗਾ, ਇਹ ਗੱਲ ਸੋਚਦਿਆਂ ਹੋਇਆ ਅੱਜ ਤੱਕ ਯਾਨੀ 50 ਪੇਸ਼ੈਂਟ ਮੈਂ ਭੇਜ ਚੁੱਕਿਆ ਤਕਰੀਬਨ। ਤੇ ਸਰ ਤੁਹਾਨੂੰ 50 ਪੇਸ਼ੈਂਟ ਜਿਹੜੇ ਤੁਸੀਂ ਮੈਨੂੰ ਭੇਜੇ,
ਉਹਨਾਂ ਦੇ ਵਿੱਚੋਂ ਕਦੀ ਕਿਸੇ ਨੇ ਤਾਂ ਨਹੀਂ ਕਿਹਾ ਕਿ ਅਬੂ ਅਬਦੁੱਲਾ ਦੇ ਕੋਲ ਗਏ? ਨਹੀਂ। ਇੱਥੇ ਆ ਕੇ ਕਿਵੇਂ ਲੱਗਦਾ ਤੁਹਾਨੂੰ ਅੱਜ 4 ਸਾਲਾਂ ਬਾਅਦ ਅੱਜ ਇਸ ਬਿਲਡਿੰਗ ਵਿੱਚ ਤੁਸੀਂ ਪਹਿਲੀ ਵਾਰੀ ਆਏ ਹੋ? ਸਰ ਮੈਂ ਇਸ ਬਿਲਡਿੰਗ 'ਚ ਪਹਿਲੀ ਦਫਾ ਆਇਆ। ਬਾਹਰ ਤੁਹਾਡਾ ਬੋਰਡ ਲੱਗਿਆ ਸੀ ਅਬੂ ਅਬਦੁੱਲਾ ਦੇ ਨਾਮ ਦਾ, ਲੇਕਿਨ ਮੈਂ ਕਾਊਂਟਰ ਤੇ ਆ ਕੇ ਪੁੱਛਿਆ ਵੀ ਅਗਰ ਅਬੂ ਅਬਦੁੱਲਾ ਸਾਹਿਬ ਉਹੀ ਨੇ, ਪਿਕ ਦਿਖਾਈ ਉਹਨਾਂ ਨੂੰ, ਤੇ ਫਿਰ ਅਸੀਂ ਆਣਾ, ਵਰਨਾ ਨਹੀਂ ਆਣਾ, ਵੀ ਸ਼ਾਇਦ ਕਿਤੇ ਨਾਮ ਲਿਖ ਕੇ ਲਗਾ ਨਹੀਂ। ਉਹ ਅਕਸਰ ਔਕਾਤ ਐਵੇਂ ਆ ਕਿ ਮੈਂ ਦੋਸਤਾਂ ਨੂੰ ਮੁਤਰੱਬੇ ਵੀ ਕਰ ਦਿੰਦਾ, ਮੇਰੇ ਨਾਮ ਤੋਂ ਕਾਫੀ ਦੋਸਤਾਂ ਨੇ 2 ਨੰਬਰੀ ਸ਼ੁਰੂ ਕਰ ਦਿੱਤੀ ਹੈ। ਲਿਹਾਜ਼ਾ ਸਾਡਾ ਜਿਹੜਾ ਕਲੀਨਿਕ ਹੈ ਇਹ ਮੇਨ ਕਿਨਾਲ ਰੋਡ ਬਹਿਰੀਆ ਟਾਊਨ ਰੋਡ ਤੇ ਜੀ ਬਿਲਕੁਲ ਲਾਹੌਰ ਵਿੱਚ ਹੀ ਹੈ ਬਸ। ਅੱਛਾ, ਪੂਰੇ ਮੁਲਕ ਵਿੱਚ ਸਾਡਾ ਕਿਤੇ ਵੀ ਕਲੀਨਿਕ ਨਹੀਂ। ਹਾਂ ਮੈਂ ਪੂਰੇ ਚ ਨਹੀਂ ਹੈਗਾ, ਇੱਥੇ ਵਿਜ਼ਿਟ ਜਾਂਦੇ ਆ ਕਰਨ ਜੀ, ਉਹ ਗੁਰਬਾ ਵਾਸਤੇ, ਹੱਕਦਾਰਾਂ ਵਾਸਤੇ, ਲੇਕਿਨ ਉੱਥੇ ਵੀ ਪੈਸੇ ਲੈ ਲੈਨੇ ਆ ਜਿਹੜੇ ਹੱਕਦਾਰ ਨੇ, ਜਿਨ੍ਹਾਂ ਨੂੰ ਮਤਲਬ ਜ਼ਕਾਤ ਲੱਗਦੀ ਹੈ ਜਾਂ ਜਿਨ੍ਹਾਂ ਨੂੰ ਜਿਹੜੇ ਵਿਚਾਰੇ ਨਹੀਂ ਅਫੋਰਡ ਕਰ ਸਕਦੇ, ਉਹਨਾਂ ਨਾਲ ਤਾਮਲ ਕਰਨੇ ਆ। ਬਾਕੀ ਦੂਸਰਿਆਂ ਕੋਲ ਪੈਸੇ ਲੈਣਾ ਤਾਂ ਸਾਡਾ ਹੱਕ ਹੈ ਨਾ। ਬਿਲਕੁਲ ਤਗੜੇ ਬੰਦੇ ਦੂਜਿਆਂ ਨੂੰ ਪੈਸੇ ਦਿੰਦੇ ਨੇ ਤੇ ਅਬੂ ਅਬਦੁੱਲਾ ਨੂੰ ਪੈਸੇ ਦਿੰਦੇ। ਬਾਕੀ ਸਾਡੀ ਪਾਕਿਸਤਾਨ ਜੇਕੀ ਬ੍ਰਾਂਚ ਹੈ, ਜਿਹੜਾ ਮੇਨ ਆਫਿਸ ਹੈ ਇਹ ਕਿਨਾਲ ਰੋਡ ਤੇ, ਬਹਿਰੀਆ ਰੋਡ ਤੇ ਲਾਹੌਰ। ਇਸ ਤੋਂ ਇਲਾਵਾ ਸਾਡੀ ਕੋਈ ਬ੍ਰਾਂਚ ਨਹੀਂ। ਰਾਜ਼ੀ ਜਾਣਾ ਜੀ, ਖੁਸ਼ ਜਾਣਾ। ਸਰ ਸਾਡਾ ਵੀ ਇੱਕ ਸਵਾਲ ਹੈ ਜੀ ਬਿਲਕੁਲ ਕਰੋ। ਕਿ 4 ਸਾਲ ਪਹਿਲੇ ਵੀ 2000 ਸੀ, ਅੱਜ ਵੀ 2000, ਇਹਦੀ ਕੀ ਵਜ੍ਹਾ ਹੈ? ਹਾਂ, ਰਾਜ਼ਕ ਕੌਣ ਹੈ? ਅੱਲਾਹ। ਇੱਜ਼ਤ ਤੇ ਜ਼ਿਲਤ ਕਿੰਦੇ ਹੱਥ 'ਚ? ਅੱਲਾਹ ਪਾਕ। ਜ਼ਿੰਦਗੀ ਮੌਤ ਕਿੰਦੇ ਹੱਥ 'ਚ? ਅੱਲਾਹ ਪਾਕ। ਕਦੀ ਤਕਵਾ ਤੇ ਇਖਤਿਆਰ ਕਰਕੇ ਵੇਖੋ, ਕਦੀ ਤਕਵਾ ਤੇ ਇਖਤਿਆਰ ਕਰਕੇ ਵੇਖੋ। ਪ੍ਰੋਬਲਮ ਇਹ ਆ ਕਿ ਜਿਹੜੇ ਅੱਲਾਹ ਦੇ ਕੰਮ ਨੇ ਅਸੀਂ ਖੁਦ ਕਰਨੇ ਸ਼ੁਰੂ ਕਰ ਦਿੱਤੇ ਨੇ। ਜਿਹੜੇ ਅੱਲਾਹ ਦੀ ਡਿਊਟੀਆਂ ਨੇ ਨਾ, ਅੱਲਾਹ ਦੀ ਡਿਊਟੀ ਕੀ ਰਾਜ਼ਕ ਹੈ, ਰਿਜ਼ਕ ਕਿਹਨੇ ਦੇਣਾ? ਅੱਲਾਹ ਪਾਕ ਨੇ। ਅਸੀਂ ਕਹਿੰਦੇ ਅਸੀਂ ਕਮਾਣੇ ਆ ਰਿਜ਼ਕ। ਹਾਂ ਇੰਜ ਹੀ ਹੈ ਨਾ। ਬਿਲਕੁਲ। ਸਿਰਫ ਤਕਵਾ ਇਖਤਿਆਰ ਕਰ ਲਵੋ, ਅੱਲਾਹ ਰਿਜ਼ਕ ਵਿੱਚ ਬਰਕਤ ਪਾਣਾ, ਸਾਰਾ ਕੁਝ ਬਿਹਤਰ ਹੋ ਜਾਏਗਾ। ਅੱਲਾਹ ਪਾਕ ਬਰਕਤ। ਸਾਰੇ ਇੱਥੇ ਅੱਜ ਵੀ ਉਹਨਾਂ ਹੀ ਸਟਾਫ ਹੈ। ਇਹ ਉਹੀ ਲੇਡੀ ਡਾਕਟਰ ਨੇ। ਅੱਛਾ, ਡਾਕਟਰ ਵੀ ਉਹੀ ਨੇ? ਡਾਕਟਰ ਵੀ ਉਹੀ। ਬਿਲਕੁਲ, ਮੈਂ 4 ਸਾਲ ਪਹਿਲੇ ਜਿਨ੍ਹਾਂ ਨੂੰ ਮਿਲਿਆ ਦੇਖਿਆ ਨਾ, ਉਹੀ ਨੇ। ਸਰ ਕੋਈ ਚੇਂਜ ਨਹੀਂ। ਦੇਖੋ ਮੇਰੀ ਗੱਲ ਸੁਣੋ, ਜਦੋਂ ਮੇਰੇ ਸਟਾਫ ਨੂੰ ਮੁਆਵਜ਼ਾ ਮੈਂ ਸਹੀ ਦੇ ਰਿਹਾ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਮੈਂ ਡਿਵੈਲਪ ਕੀਤੀਆਂ ਨੇ, ਮੈਨੂੰ ਅੱਲਾਹ ਚੰਗਾ ਰਿਜ਼ਕ ਦਿੰਦਾ ਪਿਆ। ਅਸਲ ਤੇ ਇਹਦੇ ਨਾਲ ਨਾਲ ਮੇਰਾ ਬੇਔਲਾਦੀ ਦਾ ਵੀ ਕੰਮ ਹੈ। ਮੇਰੇ ਕੋਲ ਬੇਔਲਾਦ ਹਜ਼ਰਾਤ ਵੀ ਆਉਂਦੇ ਨੇ। ਉਹ ਮੈਡੀਕੇਸ਼ਨ ਜਿਹੜੀ ਸਾਰੀ ਸਿਰਫ ਮੋਹਰਿਆਂ ਦੇ ਮੁਤਲਕ ਹੈ, ਸਪਾਈਨ ਦੇ ਰਿਲੇਟਡ ਨਹੀਂ ਹੈ। ਅੱਛਾ। ਜ਼ਿਆਦਾ ਮੇਰੇ ਕੇਸ ਜਿਹੜੇ ਨੇ, ਮੇਰੀ ਮੈਡੀਕੇਸ਼ਨ ਜਿਹੜੀ ਹੈ ਪੂਰੇ ਪਾਕਿਸਤਾਨ ਜਿਹੜੀ ਨਾ ਆਨਲਾਈਨ ਡਿਲੀਵਰੀ ਜਾਂਦੀ ਹੈ। ਅੱਲਾਹ ਮੈਨੂੰ ਚੰਗਾ ਰਿਜ਼ਕ ਦਿੰਦਾ ਤੇ ਮੈਂ ਆਪਣੇ ਡਾਕਟਰਾਂ ਨੂੰ ਆਪਣੀ ਔਲਾਦ ਤਾਂ ਨਹੀਂ ਸਮਝਣਾ। ਤੁਸੀਂ ਗੌਰ ਕੀਤਾ ਕਿ ਇੱਥੇ ਘਰੇਲੂ ਮਾਹੌਲ ਹੈ? ਹਾਂ ਬਿਲਕੁਲ ਘਰੇਲੂ ਮਾਹੌਲ ਹੈ। ਕੋਈ ਕਿਸੇ ਨਾਲ ਕੋਈ ਐਸਾ ਨਿਜ਼ਾਮ ਨਹੀਂ ਹੈ, ਕਲੀਨਿਕ ਵਾਲਾ ਮਾਹੌਲ ਨਹੀਂ, ਕਲੀਨਿਕ ਵਾਲਾ ਮਾਹੌਲ ਨਹੀਂ। ਅਸੀਂ ਘਰ ਦਾ ਮਾਹੌਲ ਰੱਖਿਆ। ਲਿਹਾਜ਼ਾ ਫੀਸ ਇਸ ਲਈ ਕਿ ਤੁਹਾਡੇ ਸਾਹਮਣੇ 1 ਸਾਲ ਤੋਂ ਇਹ ਕੀ ਸਿਸਟਮ ਹੋ ਗਿਆ। ਇਮਰਾਨ ਖਾਨ ਸਾਹਿਬ ਨੇ ਵੀ ਕਾਫੀ ਹਿੰਮਤ ਕੀਤੀ ਮਹਿੰਗਾਈ ਵਾਲੀ। ਅੱਗੇ ਜਿਹੜੀ ਇਹ ਹੁਕੂਮਤ ਆਈ ਇਹਨੇ ਤਾਂ ਟੌਰ ਹੀ ਕੱਢ ਦਿੱਤਾ ਨਾ ਗਰੀਬਾਂ ਦਾ। ਐਵੇਂ ਇਹਨੇ ਟੌਰ ਕਹਿ ਸਕਦੇ ਆ ਨਾ, ਐਵੇਂ ਕੋਈ ਗੱਲ ਕਹਿ ਵੀ ਨਹੀਂ ਨਾ ਸਕਦੇ। ਆਹੋ ਬੰਦ ਸ਼ਾਮ ਨੂੰ ਆ ਜਾਣਾ, ਅਸਲਾਮ ਅਲੈਕੁਮ ਰਹਿਮਤੁਲਾਹ ਬਰਕਾਤੁਹ। ਦੇਖੋ ਕੈਸੀ ਸਿਤਮ ਜ਼ਰੀਫੀ। ਅਸੀਂ ਆਪਣੇ ਮੁਲਕ 'ਚ ਰਹਿ ਕੇ ਅਸੀਂ ਕੈਦ 'ਚ। ਸਹੀ ਬਾਤ। ਅਸੀਂ ਤਰੱਕੀ ਨਹੀਂ ਕਰ ਸਕਦੇ। ਅਸੀਂ ਉਹ ਮਹਿੰਗਾਈ ਦੇ ਨਾਮ ਤੇ ਮਤਲਬ ਇਹ ਹੁਕੂਮਤ ਆਈ ਸੀ, ਇਹਨੇ ਫਿਰ ਐਸਾ ਆਵਾਮ ਨੂੰ ਦੱਬਿਆ। ਹੁਣ ਫੌਜੀ ਅਦਾਲਤਾਂ 'ਚ ਸਾਨੂੰ ਲੈ ਕੇ ਜਾਣਾ, ਧਮਕੀਆਂ ਲੱਗ ਰਹੀਆਂ ਨੇ। ਲਿਹਾਜ਼ਾ ਭਾਈ ਜ਼ਬਾਨ ਬੰਦੀ ਤੇ ਮੂੰਹ ਤੇ ਤਾਲਾ ਹੀ ਠੀਕ ਹੈ ਭਾਈ, ਉਹਨਾਂ ਕੁਝ ਠੀਕ ਹੈ ਜਿੰਨਾ ਕੁਝ ਸਹਿ ਲਈਏ ਚੱਲ ਰਿਹਾ। ਲੇਕਿਨ ਇੱਕ ਗੱਲ ਹੈਗੀ ਹੈ ਕਿ ਇੱਥੋਂ ਤਾਂ ਅਸੀਂ ਜਿਵੇਂ ਵੀ ਜਾਣਾ ਤਾਂ ਹੈਗਾ, ਇੱਕ ਹੋਰ ਜਗ੍ਹਾ ਹੈਗੀ ਹੈ ਜਿੱਥੇ ਜਾ ਕੇ ਫਿਲਟਰ ਲੱਗਣਾ ਹੈ, ਜਿੱਥੇ ਜਾ ਕੇ ਪੁੱਛਿਆ ਦੱਸਿਆ ਜਾਣਾ ਹੈ। ਇਹ ਮਤ ਭੁੱਲਣ ਕਿ ਅਸੀਂ ਇੱਥੇ ਜੋ ਕਰ ਲਿਆ ਹੋ ਜਾਣਾ। ਜਿਹੜਾ ਬੰਦਾ ਇਹ ਸਿੱਧੀ ਗੱਲ ਕਰਦਾ ਉਹ ਕਹਿੰਦੇ ਨੇ ਪੀਟੀਆਈ ਦੇ ਨਾਲ ਹੈ। ਬਿਲਕੁਲ ਬੇਸ਼ੱਕ ਐਵੇਂ ਹੀ ਹੈ ਨਾ। ਜਦਕਿ ਅਸੀਂ ਤਾਂ ਆਪਣੀ ਪਾਕ ਫੌਜ ਦੇ ਨਾਲ ਥਾਂ ਤੇ ਪਾਕ ਫੌਜ ਦੇ ਨਾਲ ਹਲੇ ਵੀ ਉਹਨਾਂ ਦੇ ਨਾਲ, ਹਲੇ ਵੀ ਹਾਫਿਜ਼ ਸਾਹਿਬ ਨੂੰ ਸਲਾਮ ਹੈ। ਦੇਖੋ ਜੀ ਮੇਰੀ ਗੱਲ ਸੁਣੋ, ਉਹ ਲੈਦਾ ਗੱਲ ਅਸੀਂ ਸਲਾਮ ਕਰੀਏ ਨਾ ਕਰੀਏ, ਲੇਕਿਨ ਦਿਲ 'ਚ ਆਵਾਮ ਦੇ ਦਿਲ 'ਚ ਉਹ ਜਜ਼ਬਾ ਨਹੀਂ ਰਿਹਾ। ਸਿੱਧੀਆਂ ਗੱਲਾਂ ਨੇ। ਅੱਲਾਹ ਕਰੇ ਇਨਸ਼ਾਅੱਲਾ ਪੈਦਾ ਹੋਵੇ। ਫੌਜ ਬਾਰੇ ਤਾਂ ਪੈਦਾ ਹੋਣਾ ਚਾਹੀਦਾ। ਫੌਜ ਤਾਂ ਸਾਡੀ ਆਪਣੀ ਹੈ ਨਾ, ਲੇਕਿਨ ਜਨਾਬ ਜੀ ਐਵੇਂ ਰਿਹਾ ਤੇ ਫਿਰ ਫੌਜ ਤੇ ਆਵਾਮ ਆਮਨੇ ਸਾਹਮਣੇ ਆਈ ਤੇ ਫਿਰ ਆਵਾਮ ਹੁਣ ਕਮਲੀ ਤਾਂ ਨਹੀਂ ਰਹੀ। ਇਹ 91 ਵਾਲਾ ਮਾਹੌਲ ਨਹੀਂ ਹੈਗਾ, 97 ਵਾਲਾ ਮਾਹੌਲ ਨਹੀਂ। ਹੁਣ 2024 ਜੇ ਤੇ ਸੋਸ਼ਲ ਮੀਡੀਆ ਦਾ ਦੌਰ ਹੈ। ਸੋਸ਼ਲ ਮੀਡੀਆ ਹੁਣ ਜੋ ਤੁਸੀਂ ਕਰਤੂਤ ਕਰੋਗੇ ਆਵਾਮ ਨੂੰ ਪਤਾ ਹੈਗਾ, ਆਵਾਮ ਕਮਲੀ ਨਹੀਂ ਹੈਗੀ। ਤੁਸੀਂ ਆਵਾਮ ਨੂੰ ਝੂਠ ਵੇਚਿਆ ਹੈ ਨਾ, ਹੁਣ ਜਦੋਂ ਇਲੈਕਸ਼ਨ ਆਵੇਗਾ ਆਵਾਮ ਤੁਹਾਨੂੰ ਪੁੱਛੇਗੀ ਜ਼ਰੂਰ, ਇਹ ਸਾਨੂੰ ਪਤਾ ਹੈ। ਬਿਲਕੁਲ ਆਵਾਮ ਡਰ ਦੀ ਚੁੱਪ ਕਰ ਗਈ ਨਾ, ਲੇਕਿਨ ਇੱਕ ਵਕਤ ਆਏਗਾ ਆਵਾਮ ਪੁੱਛੇਗੀ। ਆਵਾਮ ਨੂੰ ਅੱਲਾਹ ਨੇ ਇਖਤਿਆਰ ਦਿੱਤੇ ਨੇ ਤੇ ਅੱਲਾਹ ਉਹਨਾਂ ਨੂੰ ਜ਼ਿਲਤ ਦਾ ਸਾਹਮਣਾ ਕਰਨ ਤੇ ਕਦੀ ਵੀ ਨਹੀਂ ਰੋਕ ਸਕਦਾ। ਉਹ ਜ਼ਿਲਤ ਵਾਲੇ ਪਾਸੇ ਜਾਣਗੇ ਜਿਹੜੇ ਲੋਕ ਜ਼ੁਲਮ ਕਰਦੇ ਨੇ, ਜ਼ਿਆਦਤੀ ਕਰਦੇ ਨੇ। ਭਾਈ ਮੇਰਾ ਮੈਨੂੰ ਤਾਂ 2000 ਹੀ ਅਲਹਮਦੁਲਿਲਾ ਬੜਾ ਬਰਕਤ ਵਾਲਾ ਲੱਗਦਾ ਹੈ, ਕਿਉਂਕਿ ਮੈਂ ਐਕਸਟਰਾ ਖਾਸ਼ਾ ਨਹੀਂ ਕੀਤੀਆਂ। ਸ਼ੁਕਰ ਅੱਲਾਹ ਦਾ। ਅਗਰ ਮੇਰੀ ਗੱਲ ਨਾਲ ਕਿਸੇ ਦੀ ਜ਼ੇਰੋਜ਼ਾਰੀ ਹੋਈ ਹੋਵੇ ਤਾਂ ਉਹਦੇ ਲਈ ਮੈਂ ਮਾਜ਼ਰਤ ਚਾਹਨਾ। ਅੱਲਾਹ ਪਾਕ ਤੁਹਾਨੂੰ ਹੋਰ ਇੱਜ਼ਤ ਦੇਵੇ। ਅੱਲਾਹੁੰਮਾ ਆਮੀਨ। ਤੇ ਮੇਰੀ ਇਸ ਵੀਡੀਓ ਨੂੰ, ਮੇਰੇ ਇਸ ਪੈਗਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਨਾ ਸ਼ੇਅਰ ਕਰੋ ਤਾਂ ਕਿ ਦੂਸਰਿਆਂ ਦਾ ਭਲਾ ਹੋਵੇ। इंशाल्लाह माड़ा है तो मेरे को मुफ्ती आवे, तगड़ा है तो जाहिर मेरा राइट बनदा मैं तो पैसे लवा। बहुत शुक्रिया। वमा अलैना इल्लल बलागुल मुबीन। अस्सलाम वालेकुम व रहमतुल्लाहि व बरकातहू। बहुत शुक्रिया।